ਕਿ ਤੁਸੀਂ ਸਿੱਖ ਸ਼ਸਤਰ ਕਲਾ ਨੂੰ ਗੱਤਕਾ ਕਹਿ ਕੇ ਉਹਨੂੰ ਛੋਟਾ ਨਾ ਦਿੰਦੇ ਹੋ। ਹਾਂ ਜੀ ਜੀ, ਤੁਸੀਂ ਇੱਕ ਅਫਸਰ ਨੂੰ ਸੇਵਾਦਾਰ ਕਹਿ ਦੋ ਤਾਂ ਚੰਗੀ ਗੱਲ ਨਹੀਂ। ਇਹ ਗੱਤਕਾ ਸੋਟੀ ਉਹਦਾ ਪਾਰਟ ਹੈ। ਗੱਤਕਾ ਸੋਟੀ ਹੈ ਜਿਹੜੀ, ਅਸੀਂ ਇਸ ਨੂੰ ਖੇਡ ਬਣਾਉਣ ਚੱਲੇ ਹੋਏ ਹਾਂ। ਸੋਟੀ ਮਨੁੱਖ ਦਾ ਉਦੋਂ ਦਾ ਸ਼ਸਤਰ ਹੈ ਜਦੋਂ ਦਾ ਮਨੁੱਖ ਜੰਗਲਾਂ 'ਚ ਪੈਦਾ ਹੋਇਆ, ਆਦਿ ਮਾਨਵ ਤੋਂ ਲੈ ਕੇ। ਗੁਰੂ ਨਾਨਕ ਸਾਹਿਬ ਵੀ ਜਦੋਂ ਉਦਾਸੀਆਂ 'ਤੇ ਗਿਆ, ਹੱਥ 'ਚ ਸੋਟਾ ਸੀ। ਸਾਡੇ ਗੁਰੂ ਸਾਹਿਬ ਨੇ ਉਹ ਸੋਟੀ ਦੇ ਨਾਲ ਹੋਰ 32 ਸ਼ਸਤਰ ਜੋੜਤੇ। ਇਹ ਚੱਕਰ ਤੀਰਾਂ ਦੀ ਬਾਛੜ ਰੋਕਣ ਦੇ ਸਮਰੱਥ ਹੁੰਦਾ ਸੀ, ਲੋਹੇ ਦਾ ਹੁੰਦਾ ਸੀ। ਜਦੋਂ ਸਾਡੀ ਪੈਦਲ ਫੌਜ ਅੱਗੇ ਵੱਧਦੀ ਸੀ ਤਾਂ ਤੇ ਚੱਕਰ ਚੱਲਦਾ ਸੀ, ਸਾਹਮਣੇ ਉਹ ਤੀਰਾਂ ਦੀ ਬਾਛੜ ਰੁਕਦੀ ਸੀ ਤੇ ਫੌਜ ਅੱਗੇ ਪਿੱਛੋਂ ਵੱਧਦੀ ਰਹਿੰਦੀ ਹੁੰਦੀ ਸੀ। ਜੇ ਤੁਸੀਂ ਤਲਵਾਰ ਚਲਾਉਣੀ ਸਿੱਖਣੀ ਆ ਤਾਂ ਸੋਟੀ ਦੇ ਵਾਰ ਸੇਮ ਹੀ ਨੇ। ਗੁਰੂ ਅੰਗਦ ਸਾਹਿਬ ਨੇ ਮੱਲ ਅਖਾੜੇ ਸ਼ੁਰੂ ਕੀਤੇ ਸੀ। ਉਹ ਮੱਲ ਪਹਿਲਵਾਨੀ ਆ ਕੇ ਰੈਸਲਿੰਗ ਹੋ ਗਈ। ਅਸੀਂ ਸਾਂਭੀ ਨਹੀਂ, ਅਸੀਂ ਨਹੀਂ ਸਾਂਭੀ, ਸਾਡੀ ਖੇਡ ਸੀ, ਸਾਡੇ ਸਿੱਖ ਵਿਰਾਸਤ 'ਚੋਂ ਆਈ ਹੈ ਖੇਡ। ਇਹ ਗੱਤਕਾ ਜਿਹੜੀ ਦੇਖੋ ਜੀ, ਹੁਣ ਜੇ 600 ਸਾਲ ਤੋਂ ਜੇ ਸਿੱਖ ਵਿਰਾਸਤ ਦੀ ਗੱਲ ਕਰ ਲਈਏ, ਭਾਰਤੀ ਸੱਭਿਆਚਾਰ ਦੀ ਗੱਲ ਕਰ ਲਈਏ, ਉਹਦਾ ਅਨਿੱਖੜਵਾਂ ਅੰਗ ਹੈ ਜੀ ਇਹ। ਇਹਦੇ ਗੱਤਕੇ ਦੀ ਜਿਹੜੀ ਪ੍ਰੋਮੀਨੈਂਸ ਸੀਗੀ ਉਹ ਕਦੋਂ ਤੋਂ, ਜੇ ਆਪਾਂ ਇਤਿਹਾਸਕ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ, ਸਮਾਂ ਇੱਕ ਇਹ ਸੀ ਵੀ ਇਹਦੇ ਉੱਪਰ ਪਾਬੰਦੀ ਵੀ ਲਗਾ ਦਿੱਤੀ ਗਈ ਸੀ, ਰੋਕ ਲਗਾ ਦਿੱਤੀ ਗਈ ਸੀ। ਉਹ ਕਿਹੜਾ ਦੌਰ ਸੀ, ਕਿਹੜਾ ਐਰਾ ਸੀ ਉਹ? ਅਸਲ ਗੱਤਕਾ ਜਿਹੜਾ ਸਿੱਖ ਮਾਰਸ਼ਲ ਆਰਟ ਹੈ, ਸਿੱਖ ਸ਼ਸਤਰ ਵਿਦਿਆ, ਇਹ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਜੀ ਅਤੇ 10ਵੇਂ ਪਾਤਸ਼ਾਹ ਤੱਕ ਇਸ 'ਚ ਹੋਰ ਵਿਸਥਾਰ ਹੋਇਆ। ਹੋਰ ਨਵੀਆਂ ਜਿਹੜੇ ਸਕਿੱਲ ਸੀਗੇ ਜਾਂ ਇਕੁਇਪਮੈਂਟ ਸੀਗੇ, ਵੈਪਨ ਸੀਗੇ, ਉਹ ਇੰਟਰੋਡਿਊਸ ਹੋਏ ਜੀ। ਅਤੇ ਉਸ ਤੋਂ ਬਾਅਦ ਇਹ ਪੂਰੀ ਜੰਗਾਂ ਯੁੱਧਾਂ ਦੇ ਵਿੱਚ ਪਰਖੀ ਹੋਈ ਸਿੱਖ ਵਿਰਾਸਤ ਦੀ ਜਿਹੜੀ ਕਲਾ ਹੈਗੀ ਆ ਉਹ ਹੈ। ਅਤੇ ਜਦੋਂ ਇਹ ਬ੍ਰਿਟਿਸ਼ ਰਾਜ ਆਇਆ ਤਾਂ ਉਸ ਵੇਲੇ, ਕਿਉਂਕਿ ਮਿਊਟੀਨੀਜ਼ ਹੁੰਦੀਆਂ ਰਹਿੰਦੀਆਂ ਸੀ, ਛੋਟੇ ਮੋਟੇ ਇੱਦਾਂ ਸੀਗਾ ਸਾਰਾ, ਅਤੇ ਉਹਨਾਂ ਨੇ ਉਸ ਵੇਲੇ ਤਿੱਖੇ ਸ਼ਸਤਰ ਜਿਹੜੇ ਸੀਗੇ ਉਹ ਬੈਨ ਕਰਤੇ ਸੀ, ਜਿਵੇਂ ਤਲਵਾਰ ਅਤੇ ਨੇਜਾ ਇਸ ਤਰ੍ਹਾਂ ਦੇ ਪਿੰਡਾਂ 'ਚ। ਪਰ ਇਹ ਜਿਹੜੀ ਗੱਤਕਾ ਸੋਟੀ ਸੀ, ਹਾਂਜੀ, ਇਹਦਾ ਪ੍ਰਚਲਨ ਚੱਲਦਾ ਰਿਹਾ ਜੀ, ਕਿਉਂਕਿ ਇਹਦੇ 'ਤੇ ਬੈਨ, ਸੋਟੀ 'ਤੇ ਬੈਨ ਕਦੇ ਵੀ ਨਹੀਂ ਰਿਹਾ। ਰਾਈਟ। ਅਤੇ ਇਸ ਕਰਕੇ ਜਿਹੜੇ ਗੱਤਕੇ ਦੀ ਸਰਵਾਈਵਲ ਇਹ ਬਚ ਗਈ। ਅਤੇ ਅਦਰਵਾਈਜ਼ ਜਿਹੜੇ ਸੀਗੀ ਸ਼ਸਤਰ ਵਿਦਿਆ ਨੂੰ ਜਿਹੜਾ ਇਹ ਕਾਫੀ ਢਾਲ ਲੱਗੀ। ਸਿੱਖ ਜਿਹੜੀ ਸ਼ਸਤਰ ਕਲਾ ਅਤੇ ਗੱਤਕਾ ਸੋਟੀ, ਹਾਂਜੀ, ਇਹ ਆਪਸ 'ਚ ਇੱਕੋ ਹੀ ਚੀਜ਼ ਹੈਗੀ ਆ। ਲੇਕਿਨ ਜਿਹੜੀ ਸਿੱਖ ਵਿਰਾਸਤ ਕਲਾ ਦੇ ਇਕੁਇਪਮੈਂਟ ਹੈ, ਸ਼ਸਤਰ ਨੇ, ਉਹ ਇਸ ਵੇਲੇ ਜਿਹੜੇ ਐਗਜ਼ਿਸਟ ਕਰਦੇ, ਜਿਹੜੇ ਤੁਸੀਂ ਨਗਰ ਕੀਰਤਨਾਂ 'ਚ ਦੇਖਦੇ ਹੋ, ਉਹ 18 ਤੋਂ 20 ਸ਼ਸਤਰ ਜਿਹੜੇ ਆ ਉਹ ਯੂਜ਼ ਹੁੰਦੇ ਆ ਪ੍ਰਦਰਸ਼ਨੀ ਦੌਰਾਨ। ਲੇਕਿਨ ਜਿਹੜੀ ਸਾਡੀ ਸਿੱਖ ਸ਼ਸਤਰ ਮਾਲਾ, ਉਹਦੇ 'ਚ ਪੁਰਾਤਨ ਜਿਹੜੇ ਸ਼ਸਤਰ ਨੇ ਉਹ 32 ਕੁ ਮੈਂਸ਼ਨ ਹੋਏ ਨੇ ਉਸ ਦੇ ਵਿੱਚ। ਅੱਛਾ ਜੀ। ਜਿਨ੍ਹਾਂ 'ਚੋਂ ਹੁਣ 18 ਅਸੀਂ ਯੂਜ਼ ਕਰਦੇ ਹਾਂ। ਅੱਛਾ ਜੀ। ਜਿਹੜੀ ਗੱਤਕਾ ਸੋਟੀ ਹੈ ਉਸ 18 ਦੇ ਵਿੱਚ ਪਾਰਟ ਹੈ, ਜਿਵੇਂ ਸੋਟੀ, ਲਾਠੀ, ਮਰਹੱਟੀ, ਇਹ ਸਾਰੇ, ਕਿਰਪਾਨ, ਢਾਲ, ਠੀਕ ਹੈ, ਇਹ ਸਾਰੇ ਨੇਜਾ ਵਿੱਚ ਆਉਂਦੇ ਆ, ਚੱਕਰ। ਅਤੇ ਇਸ ਗੱਤਕਾ ਅਸਲ ਸੋਟੀ ਹੈ ਜੀ। ਉਹ ਜਿਹੜਾ ਤੁਸੀਂ ਨਗਰ ਕੀਰਤਨ ਦੇਖਦੇ ਹੋ, ਉਹ ਸਿੱਖ ਸ਼ਸਤਰ ਕਲਾ ਦੀ ਪ੍ਰਦਰਸ਼ਨੀ ਆ, ਸਿੱਖ ਸ਼ਸਤਰ ਕਲਾ ਦੇ ਸ਼ਸਤਰ ਨੇ। ਜੀ। ਗੱਤਕਾ ਸੋਟੀ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਅਗਰ ਤੁਸੀਂ ਦੇਖੋ ਤਾਂ ਉਹ 'ਚ ਗੱਤਕਾ ਨੂੰ ਉਹਨਾਂ ਨੇ ਦੱਸਿਆ ਕਿ 3 ਹੱਥ ਦਾ ਡੰਡਾ। ਅਸਲ ਕੁਤਕਾ ਇੱਕ ਲਫ਼ਜ਼ ਹੈ ਗੱਤਕੇ ਦਾ। ਅੱਛਾ ਜੀ। ਸੋਟੀ ਦਾ। ਅੱਛਾ ਜੀ। ਮਾਲਵੇ ਦੇ ਵਿੱਚ ਅੱਜ ਵੀ ਪੁਰਾਣੇ ਬਜ਼ੁਰਗ ਡੰਡੇ ਨੂੰ ਕੁਤਕਾ ਬੋਲਦੇ ਆ। ਅੱਛਾ ਜੀ। ਜਾਂ ਕੁਤਕਾ ਬੋਲਦੇ ਆ। ਮੈਂ ਮਾਲਵੇ ਨੂੰ ਬਿਲੋਂਗ ਕਰਦਾ। ਸਾਡੇ ਪੁਰਾਣੇ ਦਾਦੇ ਪੜਦਾਦੇ ਕੁਤਕਾ ਬੋਲਦੇ ਹੁੰਦੇ ਸੀ। ਇਹ ਕੁਤਕੇ ਤੋਂ ਸੁਧਰ ਕੇ ਜਿਹੜਾ ਹੈਗਾ ਇਹ ਗੱਤਕਾ, ਗੁਰੂ ਸਾਹਿਬ ਨੇ ਸੋਟੀ ਨੂੰ ਗੱਤਕਾ ਸੋਟੀ ਆ। ਅਸਲ ਅਸੀਂ ਸੋਟੀ ਵਿਚਾਲੋਂ ਛੱਡ ਦਿੰਦੇ ਹਾਂ, ਇਕੱਲਾ ਗੱਤਕਾ ਬੋਲਦੇ ਆ। ਅਤੇ ਜਿਹੜੀ ਤੁਸੀਂ ਨਗਰ ਕੀਰਤਨ ਦੇਖਦੇ ਹੋ ਉਹ ਸਿੱਖ ਸ਼ਸਤਰ ਕਲਾ ਹੈਗੀ ਆ, ਉਹ ਯੁੱਧ ਕਲਾ ਹੈਗੀ ਆ। ਉਹ ਯੁੱਧ ਕਲਾ ਦੇ ਸ਼ਸਤਰ ਨੇ। ਮਤਲਬ ਅਸੀਂ ਜੇ ਸੈਣੀ ਸਾਹਿਬ, ਮੈਂ ਸਿੱਧਾ ਕਹਿਦਾ ਕਿ ਤੁਸੀਂ ਸਿੱਖ ਸ਼ਸਤਰ ਕਲਾ ਨੂੰ ਗੱਤਕਾ ਕਹਿ ਕੇ ਉਹਨੂੰ ਛੋਟਾ ਨਾ ਦਿੰਦੇ ਹੋ। ਹਾਂ ਜੀ। ਤੁਸੀਂ ਇੱਕ ਅਫਸਰ ਨੂੰ ਸੇਵਾਦਾਰ ਕਹਿ ਦੋ ਤਾਂ ਚੰਗੀ ਗੱਲ ਨਹੀਂ। ਇਹ ਗੱਤਕਾ ਸੋਟੀ ਉਹਦਾ ਪਾਰਟ ਹੈ ਜੀ। ਸਿੱਖ ਸ਼ਸਤਰ ਕਲਾ ਦਾ ਤੁਸੀਂ ਸਮਝੋ ਕਿ ਇੱਕ ਬਿਊਟੀ ਕਿਟ ਹੈ, ਉਹਦੇ 'ਚੋਂ ਤੁਸੀਂ ਲਿਪਸਟਿਕ ਬਾਹਰ ਕੱਢ ਕੇ ਉਹਨੂੰ ਲੈ ਕੇ ਚੱਲੇ ਹੋ ਜਾਂ ਉਸ ਨੂੰ ਯੂਜ਼ ਕਰ ਰਹੇ ਹੋ। ਉਹ ਲਿਪਸਟਿਕ ਇਕੱਲੀ ਬਿਊਟੀ ਕਿਟ ਨਹੀਂ ਹੈਗੀ। ਜੀ। ਬਿਊਟੀ ਕਿਟ ਇਜ਼ ਐਕਸਟਰਾ। ਅਤੇ ਇਸ ਕਰਕੇ ਗੱਤਕਾ ਸੋਟੀ ਹੈ ਜਿਹੜੀ, ਅਸੀਂ ਇਸ ਨੂੰ ਖੇਡ ਬਣਾਉਣ ਚੱਲੇ ਹੋਏ ਹਾਂ। ਇਹ ਅੱਜ ਦੀ ਨਹੀਂ ਜੀ। ਮੇਰੇ ਕੋਲ ਇੱਕ ਬੁੱਕ ਹੈ 1936 ਦੀ। 1936 ਦੀ ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਬੁੱਕ ਹੈ। ਅੱਛਾ ਜੀ। ਮੇਜਰ ਕਰਤਾਰ ਸਿੰਘ ਅਕਾਲੀ ਨੇ, ਉਹਨਾਂ ਨੇ ਇਹ ਬੁੱਕ ਯੂਨੀਵਰਸਿਟੀ ਲਈ ਲਿਖੀ ਸੀ। ਅਤੇ ਉਹ ਬੁੱਕ ਜਿਹੜੀ ਹੈਗੀ ਆ, ਇਹ ਮੇਰੇ ਕੋਲ ਇਸ ਵੇਲੇ ਹੈਗੀ ਵੀ ਹੈ ਜੀ ਬੁੱਕ ਉਹ। ਅਤੇ ਇਹ ਉਸ ਵੇਲੇ ਸਾਡੇ ਗੱਤਕੇ ਦੇ ਜਿਹੜੇ ਕਿਸ ਤਰ੍ਹਾਂ ਖੇਡੀ ਦਾ ਕੀ ਹੈਗਾ, ਉਹ ਮਤਲਬ ਇਹਦੇ 'ਚ ਸਾਰੇ ਰੂਲ ਲਿਖੇ ਆ ਜੀ। ਇਹ ਗੱਤਕਾ ਖੇਡ, ਗੱਤਕਾ ਸੋਟੀ ਦੀ ਖੇਡ
ਤੁਸੀਂ ਕਹੋ ਕਿ 87 ਸਾਲ ਪਹਿਲਾਂ ਜੋ ਮੇਰੇ ਕੋਲ ਡਾਕੂਮੈਂਟ ਨੇ, ਉਸ ਵੇਲੇ ਸਕੂਲਾਂ ਕਾਲਜਾਂ ਦੀ ਪ੍ਰਵਾਨਿਤ ਖੇਡ ਸੀ, ਯੂਨੀਵਰਸਿਟੀਆਂ ਦੇ ਵਿੱਚ ਖੇਡੀ ਜਾਂਦੀ ਸੀ। ਅੱਛਾ, ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਜੀ, ਬੜਾ ਇੰਪੋਰਟੈਂਟ ਡਿਸਟਿੰਕਸ਼ਨ ਜਿਹੜੀ ਤੁਸੀਂ ਸਾਂਝੀ ਕੀਤੀ, ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਜਿਹੜੀ ਸ਼ਸਤਰ ਕਲਾ ਹੈ ਜਿਹੜੀ ਅਸੀਂ ਦੇਖਦੇ ਹਾਂ, ਉਹ ਤਾਂ ਇੱਕ ਬਹੁਤ ਉਚੇਰੀ ਲੈਵਲ ਦੀ ਕਲਾ ਹੈ, ਉਚੇਰੀ ਲੈਵਲ ਦੀ ਵੱਡੀ ਹੈ। ਕਿਉਂਕਿ ਜਿਹੜਾ ਗੱਤਕਾ ਜਿਹਦੇ ਵਿੱਚ ਸੋਟੀ ਦੇ ਨਾਲ ਜਿਹਦੇ ਵਿੱਚ ਖੇਡਿਆ ਜਾਂਦਾ, ਇਹ ਸਦਰਨ ਇੰਡੀਆ ਦੇ ਵਿੱਚ ਵੀ ਉੱਥੋਂ ਦੀ ਵੀ ਇਸ ਤਰ੍ਹਾਂ ਦੀਆਂ ਕੁਝ ਸਪੋਰਟਸ ਹੈਗੀਆਂ ਨੇ, ਉਹ ਵੀ ਇਸ ਤਰ੍ਹਾਂ ਉਹ ਕੁਝ ਕਾਫੀ ਮਿਲਦੀ ਜੁਲਦੀ ਹੁੰਦੀ ਹੈ ਜੀ। ਮੈਂ ਤੁਹਾਡੀ ਗੱਲ ਨੂੰ ਹੋਰ ਵੱਡੀ ਕਰਦਾ ਜੀ। ਸੋਟੀ ਮਨੁੱਖ ਦਾ ਉਦੋਂ ਦਾ ਸ਼ਸਤਰ ਹੈ ਜਦੋਂ ਦਾ ਮਨੁੱਖ ਜੰਗਲਾਂ 'ਚ ਪੈਦਾ ਹੋਇਆ, ਆਦਿ ਮਾਨਵ ਤੋਂ ਲੈ ਕੇ। ਉਹਨੇ ਆਪਣੀ ਜਾਨਵਰਾਂ ਤੋਂ ਰੱਖਿਆ ਕਰਨ ਲਈ ਸੋਟੀ ਵਰਤੀ, ਫਿਰ ਜੰਗਲਾਂ 'ਤੇ ਕਬਜ਼ਾ ਕਰਨ ਲਈ, ਆਪਣੇ ਭਾਈਚਾਰੇ ਨਾਲ ਲੜਨ ਲਈ ਕਿ ਇੰਨਾ ਜੰਗਲ ਮੇਰਾ, ਪਰਲਾ ਤੇਰਾ ਹੈਗਾ, ਇੱਧਰ ਨਾ ਆਈ, ਹੈ ਨਾ, ਤਾਂ ਉਦੋਂ ਲੜਾਈਆਂ 'ਚ ਉਹਨੇ ਸੋਟੀ ਵਰਤੀ। ਉਸ ਤੋਂ ਬਾਅਦ ਉਹ ਸੋਟੀ ਤੋਂ ਜਦੋਂ ਉਹਨੂੰ ਮਾੜਾ ਮੋਟਾ ਲੋਹਾ ਲੱਭਿਆ, ਸੋਟੀ ਦੇ ਮੂਹਰੇ ਲੋਹਾ ਲਾ ਲਿਆ, ਤਾਂ ਉਹਨੇ ਉਸਨੂੰ ਤੀਰ ਐਂਡ ਨੇਜਾ ਬਣਾ ਲਿਆ, ਹੈ ਨਾ। ਇਸ ਤਰ੍ਹਾਂ ਇਹ ਸੋਟੀ ਮਨੁੱਖ ਦੀ ਉਦੋਂ ਚੱਲਦੀ ਆ ਰਹੀ ਹੈ, ਅੱਜ ਤੱਕ ਚੱਲੀ ਹੈ। ਗੁਰੂ ਨਾਨਕ ਸਾਹਿਬ ਵੀ ਜਦੋਂ ਉਦਾਸੀਆਂ 'ਤੇ ਗਿਆ, ਹੱਥ 'ਚ ਸੋਟਾ ਸੀਗਾ। ਔਰ ਉਸ ਤੋਂ ਬਾਅਦ ਅੱਜ ਜੇ ਤੁਹਾਨੂੰ ਹੋਰ ਦੱਸਾਂ ਮੈਂ, 43 ਮੁਲਕਾਂ ਦਾ ਜਿਹੜਾ ਮਾਰਸ਼ਲ ਆਰਟ ਹੈ ਉਹ ਸੋਟੀ ਤੇ ਆਧਾਰਿਤ ਹੈ ਜੀ, ਵਰਲਡ ਦੇ। ਉਹ ਸੋਟੀ ਹੈ ਜਿਹੜੀ, ਉਹ ਸੋਟੀ ਦਾ ਸਾਈਜ਼ ਵੱਖਰਾ ਜੀ, ਉਹ ਕਿਸੇ ਦੀ ਸੋਟੀ 2 ਫੁੱਟ ਦੀ ਆ, ਕਿਸੇ ਦੀ 3.5 ਫੁੱਟ ਦੀ ਆ, ਕਿਸੇ ਦੀ ਕੰਨ ਤੱਕ ਦੀ ਸੋਟੀ ਆ, ਕਿਸੇ ਦੀ 4 ਫੁੱਟ ਦੀ ਆ, ਕਿਸੇ ਦੀ ਬਿੰਗੀ ਜੀ ਹੈਗੀ ਆ 2-2.5 ਫੁੱਟ ਦੀ ਆ ਸੋਟੀ, ਅਲੱਗ-ਅਲੱਗ ਨੇ ਸਾਡੇ। ਹੁਣ ਮੈਂ ਤੁਹਾਡੇ ਲਈ ਗੱਲ ਤੇ ਆਉਣਾ, ਇੰਡੀਆ 'ਚ ਸਾਡੇ 3 ਮਾਰਸ਼ਲ ਆਰਟ ਨੇ ਜੀ, ਸੋਟੀ ਬੇਸਡ ਨੇ, ਕਲਰੀ ਪਾਈਤੂ, ਥਾਂਗਟਾ, ਸਿਲੰਬਮ ਜੀ, ਔਰ ਸਾਡਾ ਗੱਤਕਾ ਚੌਥਾ ਆ ਜਾਂਦਾ ਜੀ। ਇਹ ਸੋਟੀ ਬੇਸਡ ਹੀ ਨੇ, ਕਿਉਂਕਿ ਮਨੁੱਖ ਸ਼ੁਰੂ ਤੋਂ ਸੋਟੀ ਲੈ ਕੇ ਆਉਂਦਾ ਰਿਹਾ, ਉਸ ਸੋਟੀ ਦੇ ਨਾਮ ਬਦਲਦੇ ਰਹੇ, ਉਹਦੇ ਸਕਿੱਲ ਬਦਲਦੇ ਰਹੇ। ਸਾਡੇ ਗੁਰੂ ਸਾਹਿਬ ਨੇ ਉਹ ਸੋਟੀ ਦੇ ਨਾਲ ਹੋਰ 32 ਸ਼ਸਤਰ ਜੋੜਤੇ। ਉਹ 32 ਸ਼ਸਤਰ ਜਿਹੜੇ ਨੇ ਸਾਡੀਆਂ ਜੰਗਾਂ ਯੁੱਧਾਂ ਦੇ ਵਿੱਚ, ਜਦੋਂ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਵੀ ਯੁੱਧ ਕੀਤੇ ਆ, 10ਵੇਂ ਪਾਤਸ਼ਾਹ ਨੇ ਵੀ ਯੁੱਧ ਕੀਤੇ ਆ, ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਾਲੇ ਵੀ ਯੁੱਧ ਚੱਲਦੇ ਆਏ ਆ ਜੀ। ਜਿਹੜੀ ਸਿੱਖ ਸ਼ਸਤਰ ਕਲਾ ਹੈਗੀ ਆ, ਇਹਦੇ 'ਚ ਦੇਖੋ 10ਵੇਂ ਪਾਤਸ਼ਾਹ ਵੇਲੇ ਬੰਦੂਕ ਵੀ ਇੰਟਰੋਡਿਊਸ ਹੋ ਗਈ ਸੀ ਜੀ, ਜੀ ਬਿਲਕੁਲ, ਤੀਰਅੰਦਾਜ਼ੀ ਵੀ ਹੋ ਗਈ ਸੀ, ਬਿਲਕੁਲ, ਹਾਂਜੀ। ਮੱਲ ਅਖਾੜੇ ਸਾਡੇ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸੀ ਜੀ। ਜਿਹੜਾ ਚੱਕਰ ਤੁਸੀਂ ਦੇਖਦੇ ਹੋ ਕਦੇ ਨਗਰ ਕੀਰਤਨਾਂ 'ਚ, ਹਾਂਜੀ, ਇਹ ਚੱਕਰ ਤੀਰਾਂ ਦੀ ਬਾਛੜ ਰੋਕਣ ਦੇ ਸਮਰੱਥ ਹੁੰਦਾ ਸੀ, ਲੋਹੇ ਦਾ ਹੁੰਦਾ ਸੀ। ਜਦੋਂ ਸਾਡੀ ਪੈਦਲ ਫੌਜ ਅੱਗੇ ਵੱਧਦੀ ਸੀ ਤਾਂ ਤੇ ਚੱਕਰ ਚੱਲਦਾ ਸੀ, ਸਾਹਮਣੇ ਉਹ ਤੀਰਾਂ ਦੀ ਬਾਛੜ ਰੁਕਦੀ ਸੀ ਤੇ ਫੌਜ ਅੱਗੇ ਪਿੱਛੋਂ ਵੱਧਦੀ ਰਹਿੰਦੀ ਹੁੰਦੀ ਸੀ, ਜਿਵੇਂ ਅੱਜ ਕੱਲ੍ਹ ਟੈਂਕ ਚੱਲਦੇ ਆ, ਪਿੱਛੇ ਪੈਦਲ ਫੌਜ ਚੱਲਦੀ ਸੀ। ਤੇ ਇਹ ਜਿਹੜਾ ਚੱਕਰ ਹੈ ਟੈਂਕ ਦਾ ਕੰਮ ਕਰਦਾ ਸੀ ਕਿਸੇ ਟਾਈਮ। ਤੇ ਇਸ ਕਰਕੇ ਇਹ ਜੰਗਾਂ ਯੁੱਧਾਂ 'ਚ ਪਰਖੀ ਹੋਈ ਸਾਡੀ ਖੇਡ ਆ ਸੋਟੀ, ਕਿਉਂਕਿ ਇਹ ਸਾਡਾ ਮਨੁੱਖ ਦਾ ਪਹਿਲਾ ਹੈਗਾ। ਜੇ ਤੁਸੀਂ ਮੋਟਰਸਾਈਕਲ ਸਿੱਖਣਾ ਤਾਂ ਸਾਈਕਲ ਆਉਣਾ ਚਾਹੀਦਾ, ਜੇ ਤੁਸੀਂ ਤਲਵਾਰ ਚਲਾਉਣੀ ਸਿੱਖਣੀ ਆ ਤਾਂ ਸੋਟੀ ਦੇ ਵਾਰ ਸੇਮ ਹੀ ਨੇ, ਉਹ ਤੁਹਾਨੂੰ ਪਹਿਲਾਂ ਸਿੱਖਣੇ ਪੈਂਦੇ ਨੇ। ਇਹਦੇ ਨਾਲ ਹੀ ਪੈਂਤੜਾ ਕੱਢਣਾ ਤੇ ਹੋਰ ਸੋਟੀ ਚਲਾਉਣੀ, ਕਿਉਂਕਿ ਸੋਟੀ ਦੀ ਧਾਰ ਅਸੀਂ ਉਸੇ ਮੁਤਾਬਕ ਚਲਾਉਂਦੇ ਹਾਂ। ਜੇ ਸੋਟੀ ਥੋੜੀ ਜਿਹੀ ਪੁੱਠੀ ਮਾਰਦੇ ਆ, ਨਾਲ ਦੀ ਨਾਲ ਸਾਡਾ ਜਿਹੜਾ ਰੈਫਰੀ ਫਾਉਲ ਦੇ ਦਿੰਦਾ ਕਿ ਤੁਸੀਂ ਸੋਟੀ ਪੁੱਠੀ ਮਾਰੀ ਆ। ਇਹਨੂੰ ਉਸੇ ਤਰ੍ਹਾਂ ਤਲਵਾਰ ਵਾਂਗ ਹੀ ਚਲਾਉਣਾ ਪੈਂਦਾ। ਉਹੀ ਪੈਨ ਚਲਾਉਣ ਤੋਂ ਪਹਿਲਾਂ ਬੰਦਾ ਪੈਨਸਲ ਤੇ ਬੱਚਾ ਪ੍ਰੈਕਟਿਸ ਕਰਦਾ, ਬਿਲਕੁਲ ਜੀ, ਉਹੀ ਚੀਜ਼ ਆ। ਅੱਛਾ, ਹੁਣ ਇੰਡੀਆ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਪਿਛਲੇ ਸਾਲ ਲੇਟ ਲਾਸਟ ਈਅਰ ਇਸ ਨੂੰ ਗੱਤਕਾ ਨੂੰ ਨੈਸ਼ਨਲ ਸਪੋਰਟ ਵਜੋਂ ਦਰਜੇ ਵਜੋਂ ਮਾਨਤਾ ਦੇ ਦਿੱਤੀ ਗਈ ਹੈ ਜੀ। ਇਸੇ ਸਾਲ ਹੀ ਜੀ, ਇਸੇ ਸਾਲ ਹੀ ਮਈ ਮਹੀਨੇ 'ਚ ਹੋਇਆ ਜੀ ਇਹ। ਅੱਛਾ ਜੀ। ਸਾਡੇ ਹੁਣ ਜਿਹੜੀਆਂ 37ਵੀਆਂ ਨੈਸ਼ਨਲ ਗੇਮਸ ਨੇ ਉਹ ਗੋਆ 'ਚ ਹੋ ਰਹੀਆਂ ਜੀ। ਅਤੇ ਉਹ ਗੋਆ 'ਚ ਜਿਹੜੀਆਂ ਗੇਮਸ ਹੋ ਰਹੀਆਂ ਨੇ ਉਹਦੇ ਵਿੱਚ ਹੁਣ ਮਤਲਬ ਮਈ ਮਹੀਨੇ ਅਨਾਊਂਸ ਹੋਇਆ। ਸਾਨੂੰ ਉੱਦਾਂ ਪਹਿਲਾਂ ਮਤਲਬ ਅਸ਼ੋਰੈਂਸ ਹੋ ਗਈ ਸੀ ਕਿ ਵੀ ਹਾਂ ਕਰ ਲਾਂਗੇ ਸ਼ਾਮਲ, ਕਿਉਂਕਿ ਮੈਂ ਵਾਰੀ ਗਾਹੇ ਬਗਾਹੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਦਫ਼ਤਰ ਅਸੀਂ ਜਾਂਦੇ ਰਹਿੰਦੇ ਸੀ, ਅਤੇ ਉਹਦੇ ਕਰਕੇ ਅਨਾਊਂਸਮੈਂਟ ਜਿਹੜੀ ਇਹਦੀ ਮਈ 'ਚ ਹੋਈ ਆ। ਅੱਛਾ ਜੀ। ਅਤੇ ਉਸ ਤੋਂ ਪਹਿਲਾਂ 2019 ਦੇ ਵਿੱਚ ਜਿਹੜੀਆਂ ਸਾਡੀਆਂ ਇੰਡੀਆ ਦੀਆਂ ਖੇਲੋ ਇੰਡੀਆ ਗੇਮਸ ਹੁੰਦੀਆਂ ਨੇ, ਸਾਡਾ ਸਪੋਰਟਸ ਮਿਨਿਸਟਰੀ ਆਫ ਇੰਡੀਆ ਕਰਵਾਉਂਦਾ ਹੈਗਾ, ਉਹ ਵੀ ਨੈਸ਼ਨਲ ਗੇਮਸ ਦੇ ਬਰਾਬਰ ਹੀ ਹੁੰਦੀਆਂ। ਉਹਦੇ 'ਚ ਗੱਤਕਾ 2019 'ਚ ਸ਼ਾਮਲ ਹੋ ਗਿਆ ਸੀ। ਅੱਛਾ ਜੀ। ਅੱਜ ਗੱਤਕਾ ਸਾਡਾ ਜਿਹੜਾ ਹੈਗਾ ਨੈਸ਼ਨਲ ਗੇਮ ਬਣ ਗਿਆ, ਖੇਲੋ ਇੰਡੀਆ 'ਚ ਆ ਗਿਆ ਜੀ। ਸੈਕੰਡਲੀ ਜਿਹੜੀਆਂ ਨੈਸ਼ਨਲ ਯੂਨੀਵਰਸਿਟੀ ਗੇਮਸ ਹੁੰਦੀਆਂ ਨੇ ਉਹਨਾਂ 'ਚ ਇੰਟਰੋਡਿਊਸ ਆ, ਜਿਹੜੇ ਨੈਸ਼ਨਲ ਸਕੂਲ ਗੇਮਸ ਨੇ ਉਹਨਾਂ 'ਚ ਵੀ ਇੰਟਰੋਡਿਊਸ ਹੈ ਜੀ। ਮਤਲਬ ਤੁਸੀਂ ਇਹ ਕਹੋ ਕਿ ਇੰਡੀਆ ਲੈਵਲ 'ਤੇ ਜਿੱਥੇ ਤੱਕ ਦੀ ਪ੍ਰਾਪਤੀ ਹੋਣੀ ਸੀ ਉਹ ਸਾਡੀ ਹੋ ਚੁੱਕੀ ਹੈ। ਹਾਂ, ਸੋ ਹੁਣ ਨੈਕਸਟ ਅਗਲਾ ਮਰਹਲਾ ਹੁਣ, ਹਾਂਜੀ ਸੈਣੀ ਸਾਹਿਬ, ਅਗਲਾ ਮਰਹਲਾ ਇਹ ਆ, ਹੁਣ ਅਸੀਂ ਘਰੋਂ ਬਾਹਰ ਨਿਕਲੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਜਿਹੜਾ ਸਾਡਾ ਇੰਡੀਆ ਦਾ ਮਾਡਲ ਹੈ ਕਿ ਸਾਡੀ ਉੱਥੇ ਨੈਸ਼ਨਲ ਗੇਮ ਬਣ ਗਈ, ਹੁਣ ਇਹ ਕਿਸੇ ਦਿਨ ਕੈਨੇਡਾ ਦੀ ਵੀ ਨੈਸ਼ਨਲ ਗੇਮ ਹੋਵੇ, ਕਿਸੇ ਦਿਨ US ਦੀ ਵੀ ਹੋਵੇ, ਕਿਸੇ ਦਿਨ UK ਦੀ ਹੋਵੇ, ਆਸਟ੍ਰੇਲੀਆ ਦੀ ਹੋਵੇ, ਅਸੀਂ ਉਸ ਲਈ ਤੁਰੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਕੰਟਰੀ ਦੇ ਵਿੱਚ ਸਾਡੀ ਗੱਤਕਾ ਫੈਡਰੇਸ਼ਨ ਸਥਾਪਿਤ ਹੋਵੇ,
ਉਹ ਆਪਣੇ ਕੰਟਰੀ ਦੇ ਵਿੱਚ ਨੈਸ਼ਨਲ ਟੂਰਨਾਮੈਂਟ ਕਰਵਾਵੇ, ਹਰ ਸਟੇਟ ਵਾਈਜ਼ ਹਰ ਕਾਉਂਟੀ ਵਾਈਜ਼ ਉਹ ਟੂਰਨਾਮੈਂਟ ਕਰਵਾਵੇ, ਵੱਧ ਤੋਂ ਵੱਧ ਗੱਤਕੇ ਦੀ ਟ੍ਰੇਨਿੰਗ ਹੋਵੇ। ਮੈਂ ਉਸੇ ਲਈ ਇਹ ਵਿਜ਼ਿਟ ਕਰ ਰਿਹਾ ਤਾਂ ਕਿ ਪ੍ਰੋਪਰ ਸਟਰਕਚਰ ਇੱਕ ਐਸਟੈਬਲਿਸ਼ ਹੋਵੇ ਹਰ ਮੁਲਕ ਦੇ ਵਿੱਚ। ਜੀ, ਇਹ ਜਿਵੇਂ ਤੁਹਾਨੂੰ ਦੱਸਿਆ ਕਿ ਨੈਸ਼ਨਲ ਗੇਮ ਐਵੇਂ ਨਹੀਂ ਬਣ ਗਈ ਜੀ, ਸਾਨੂੰ 1.5 ਦਹਾਕੇ ਦੀ ਇੱਕ ਸਖਤ ਮਿਹਨਤ ਹੈ। ਆਈ ਥਿੰਕ ਆਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਨਾ, ਆਈ ਥਿੰਕ ਇਹਨੂੰ ਥੋੜਾ ਹੋਰ ਇਲੈਬੋਰੇਟ ਕਰੀਏ ਕਿ ਨੈਸ਼ਨਲ ਗੇਮ ਬਣਾਉਣ ਤੱਕ ਦਾ ਜਿਹੜਾ ਸਫ਼ਰ ਸੀ ਉਹਦੇ ਵਿੱਚ ਉਹ ਕਿਹੜੇ ਮਾਈਲਸਟੋਨਸ ਨੇ ਜਿਹੜੇ ਤੁਸੀਂ ਹਾਈਲਾਈਟ ਕਰਨਾ ਚਾਹੋਗੇ? ਉਹ ਕਿਹੜਾ ਸਟਰਕਚਰ ਸੀ, ਕਿਹੜੀਆਂ ਉਹ ਪ੍ਰੀ ਰੈਕੁਇਜ਼ਿਟਸ ਨੇ ਜਦੋਂ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਦਿੱਤਾ ਜਾਣਾ ਹੁੰਦਾ, ਤਾਂ ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਪੁਆਇੰਟਸ ਨੇ ਜਿਹੜੇ ਦੇਖੇ ਜਾਂਦੇ ਨੇ, ਕਿਹੜੇ ਚੈੱਕ ਬਾਕਸਿਸ ਨੇ ਜਿਹੜੇ ਟਿਕ ਕੀਤੇ ਜਾਣੇ ਜ਼ਰੂਰੀ ਨੇ? ਸੈਣੀ ਸਾਹਿਬ, 15 ਸਾਲਾਂ ਦਾ ਸਫ਼ਰ ਮੈਂ ਤੁਹਾਨੂੰ 2 ਮਿੰਟਾਂ ਦੇ ਵਿੱਚ 2 ਮਿੰਟ 'ਚ ਕਲੀਅਰ ਕਰੂੰਗਾ ਜੀ। ਮਤਲਬ ਉਹ ਸੱਚ ਪੁੱਛੋ ਕਿ ਦਿਨ ਰਾਤ ਖਰਾਬ ਹੋਏ ਆ ਇਸ ਕੰਮ ਲਈ, ਮਤਲਬ ਇਨਵੈਸਟ ਹੋਇਆ, ਚਲੋ ਇਨਵੈਸਟ ਕਹਿ ਦਿੰਦਾ ਜੀ ਮੈਂ। ਅਤੇ ਦਰ ਦੇ ਮਤਲਬ ਹੱਥ ਜੋੜੇ ਆ, ਅਤੇ ਤਾਂ ਜਾ ਕੇ ਇਹ ਅੱਜ ਇੱਥੇ ਮਰਹਲਾ ਹਾਸਲ ਹੋਇਆ। ਅਸੀਂ ਮਤਲਬ ਤੁਸੀਂ ਐ ਮੰਨੋ ਸਕਰੈਚ ਤੋਂ ਲੈ ਕੇ ਤੁਸੀਂ ਇੱਕ ਕੋਟ ਪੈਂਟ ਪਾਉਣ ਤੱਕ ਆਏ ਹੋ, ਜੇ ਚੱਪਲਾਂ ਤੋਂ ਤੁਰ ਕੇ ਤੁਸੀਂ ਉੱਥੇ ਤੱਕ ਪਹੁੰਚੇ ਆ। ਮਤਲਬ ਇਹਨੂੰ ਪਹਿਲਾਂ ਉੱਥੇ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਸ਼ਾਮਲ ਕਰਾਇਆ, ਫਿਰ ਯੂਨੀਵਰਸਿਟੀ ਗੇਮਸ ਸ਼ਾਮਲ ਕਰਾਇਆ, ਪ੍ਰਾਈਜ਼ ਮਨੀ ਟੂਰਨਾਮੈਂਟ ਸ਼ੁਰੂ ਕਰਾਏ ਇੰਟਰਵਿਊਸਟੀ ਦੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਪੰਜਾਬ ਤੋਂ ਬਾਹਰ ਨਿਕਲੇ, ਇੰਡੀਆ ਦੇ 22 ਸਟੇਟਾਂ 'ਚ ਔਰਗਨਾਈਜੇਸ਼ਨਸ ਐਸਟੈਬਲਿਸ਼ ਕੀਤੀਆਂ। ਫਿਰ ਹੌਲੀ ਹੌਲੀ ਜਿਹੜਾ ਨੈਸ਼ਨਲ ਸਕੂਲ ਗੇਮਸ ਵੱਲ ਆਏ, ਫਿਰ ਖੇਲੋ ਇੰਡੀਆ 'ਚ ਇੰਟਰੋਡਿਊਸ ਕਰਵਾਇਆ। ਮਤਲਬ ਉਹਨਾਂ ਨੇ ਦੇਖਿਆ ਕਿ ਪਹਿਲਾਂ ਸਾਨੂੰ ਇਹੀ ਹੁੰਦਾ ਸੀ ਕਿ ਯਾਰ ਪੰਜਾਬ ਦੀ ਖੇਡ ਹੈ, ਇਕੱਲੇ ਸਿੱਖਾਂ ਦੀ ਖੇਡ ਆ, ਇਹਨੂੰ ਕੌਣ ਦੇਖਦਾ ਹੈਗਾ ਜਾਂ ਕਿੱਦਾਂ ਹੈਗਾ। ਫਿਰ ਸਾਨੂੰ ਉਹ ਉਵੇਂ ਬਾਹਰ ਨਿਕਲਣਾ ਪਿਆ। 22 ਸਟੇਟਾਂ 'ਚ ਜੋ ਤਾਣਾ ਬਾਣਾ ਖੜਾ ਕਰਤਾ, ਫਿਰ ਇੰਡੀਅਨ ਓਲੰਪਿਕ ਐਸੋਸੀਏਸ਼ਨ ਮੰਨੀ ਕਿ ਹਾਂ ਇਹ ਹੈਗਾ। ਇਹ ਜਿਹੜੀ ਮੇਰੇ ਕੋਲ 1936 ਦੀ ਬੁੱਕ ਆ, ਹਾਂਜੀ, ਇਹਦੇ ਵਿੱਚ 1936 'ਚ ਜਿਹੜੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੀ GD ਸੋਂਧੀ, ਹਾਂਜੀ, ਉਹਨਾਂ ਨੇ ਇੱਕ ਰਿਵਿਊ ਲਿਖਿਆ ਹੋਇਆ ਇਸ ਬੁੱਕ ਦਾ। ਇਸ ਬੁੱਕ ਦੇ ਬਹੁਤ ਲੋਕਾਂ ਨੇ ਰਿਵਿਊ ਲਿਖਿਆ, ਇਲਸਟ੍ਰੇਟਡ ਵੀਕਲੀ ਔਰ ਮਿਲਟਰੀ ਗਜ਼ਟ ਆਫ ਇੰਡੀਆ, ਉਸ ਵੇਲੇ 1936 ਦਾ ਅੰਗਰੇਜ਼ ਛਾਪਦੇ ਸੀ ਜਿਹੜੇ। ਤਾਂ ਮੈਂ ਉਹਨਾਂ ਨੂੰ ਇਹ ਦਿਖਾਇਆ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੂੰ ਇਸ ਵਾਰੀ। ਮੈਂ ਕਿਹਾ ਜੀ 87 ਸਾਲ ਪਹਿਲਾਂ ਤੁਹਾਡੇ ਜਨਰਲ ਸੈਕਟਰੀ ਸਾਹਿਬ ਮੰਨ ਰਹੇ ਆ ਕਿ ਗੱਤਕਾ ਇੱਕ ਖੇਡ ਆ, ਅਤੇ ਅੱਜ 87 ਸਾਲਾਂ ਬਾਅਦ ਸਾਡੀ ਗੱਲ ਮੰਨ ਲਓ ਕਿ ਹਾਂ ਗੱਤਕਾ ਖੇਡ। ਆ ਮੇਰੇ ਕੋਲ ਸਾਈਨ ਨੇ ਉਹਨਾਂ ਦੇ, ਆ ਉਹਨਾਂ ਦਾ ਲਿਖਿਆ ਹੋਇਆ ਹੈਗਾ। ਦੈਟਸ ਵਾਈ ਥੋੜ੍ਹਾ ਜਿਹਾ ਇਸ ਗੱਲੋਂ ਕਨਵਿੰਸ ਹੋਏ, ਜਿਸ ਕਰਕੇ ਨੈਸ਼ਨਲ ਖੇਡ ਬਣੀ। ਹੁਣ ਮੈਂ ਉਹ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਇਹਨਾਂ ਕਰਕੇ ਹੁਣ ਜਿਹੜਾ ਸਾਡੇ ਕੋਲ ਇੰਡੀਆ ਦਾ ਇੱਕ ਮਾਡਲ ਆ ਗਿਆ, ਉਹ ਇੱਕ ਮਤਲਬ ਸਾਡੇ ਕੋਲ ਸਰਟੀਫਿਕੇਟ ਆ ਗਿਆ, ਖਾਕਾ ਤਿਆਰ ਹੋ ਗਿਆ, ਖਾਕਾ ਤਿਆਰ। ਹੁਣ ਉਹ ਅਸੀਂ ਤੁਹਾਡੇ ਕੋਲ ਕੈਨੇਡਾ ਜਾ ਕੇ ਦਿਖਾਉਣਾ ਹੈ, ਉਹ ਅਸੀਂ US ਜਾ ਕੇ ਦਿਖਾਉਣਾ ਹੈ, ਅਸੀਂ ਹੋਰ ਕਿਤੇ ਦਿਖਾਉਣਾ ਕਿ ਜੀ ਐ ਇੰਡੀਆ 'ਚ ਅਪਰੂਵ ਹੋ ਗਿਆ। ਹੁਣ ਤੁਸੀਂ ਜਿਹੜੀ ਓਲੰਪਿਕ ਕਾਉਂਸਲ ਆਫ ਏਸ਼ੀਆ ਉਹ ਵੀ ਇੰਟਰੋਡਿਊਸ ਕਰੇ, ਕਾਮਨਵੈਲਥ ਇੰਟਰੋਡਿਊਸ ਕਰੇ, ਦੈਨ ਓਲੰਪਿਕ ਐਸੋਸੀਏਸ਼ਨ ਮੰਨੇ। ਪਰ ਉਹਦੇ ਲਈ ਮੈਂ ਤੁਹਾਡੇ ਵਾਲੀ ਗੱਲ 'ਤੇ ਕਰਦਾ, ਉੱਥੇ 15 ਸਾਲ ਲੱਗੇ ਆ ਇਹ ਗੱਲ ਮਨਾਉਣ ਨੂੰ। ਇਹ ਇੱਥੇ ਮੁਲਕਾਂ 'ਚ ਮਨਾਉਣ ਨੂੰ ਕਿੰਨੇ ਸਾਲ ਲੱਗਣਗੇ ਪਰ ਮੈਨੂੰ ਨਹੀਂ ਪਤਾ। ਅਤੇ ਪਰ ਉਹਦੇ ਲਈ ਕੀ ਆ ਕਿ ਸਾਡੇ ਜਿਵੇਂ ਕਹਿੰਦੇ ਹੋ ਨਾ, ਅੱਧਾ ਕੁ ਸਫ਼ਰ ਅਸੀਂ ਕਰ ਲਿਆ, ਅੱਧਾ ਕੁ ਰਹਿ ਗਿਆ। ਉਹਦੇ ਲਈ ਮੇਰੀ ਪੂਰੀਆਂ ਸੰਸਥਾਵਾਂ ਨੂੰ, ਖਾਲਸਾ ਸਕੂਲਸ ਹੋ ਗਏ, ਪੂਰੇ ਵਰਲਡ ਦੇ ਗੁਰਦੁਆਰਾ ਸਾਹਿਬ ਹੋ ਗਏ, ਚਾਹੇ ਉਹ ਕਿਸੇ ਮੁਹੱਲੇ 'ਚ ਹੈ, ਚਾਹੇ ਕਾਉਂਟੀ 'ਚ ਹੈ, ਚਾਹੇ ਕਿਸੇ ਸਟੇਟ 'ਚ ਹੈ, ਜਿੱਥੇ ਵੀ ਹੈਗਾ, ਚਾਹੇ ਕਿਸੇ ਨੇ ਘਰ 'ਚ ਵੀ ਚਲਾਇਆ, ਮੇਰੀ ਇੱਕ ਸਭ ਨੂੰ ਇਹ ਅਪੀਲ ਹੈ ਕਿ ਜਿੱਥੇ ਗੁਰਦੁਆਰਾ, ਜਿੱਥੇ ਸਾਡਾ ਖਾਲਸਾ ਸਕੂਲ ਹੈ, ਅਗਰ ਉੱਥੇ ਗੱਤਕਾ ਅਖਾੜਾ ਚੱਲ ਪਏ ਜੀ, ਸਾਡੇ ਮੇਰਾ ਖਿਆਲ ਹੈ ਕਿ ਜੀ 30-35 ਹਜ਼ਾਰ ਤੋਂ ਉੱਪਰ ਗੁਰਦੁਆਰੇ ਬਾਹਰਲੇ ਮੁਲਕਾਂ 'ਚ ਨੇ। ਅਸੀਂ 30-35 ਹਜ਼ਾਰ ਗੱਤਕਾ ਅਖਾੜੇ ਮਤਲਬ 1 ਮਹੀਨੇ 'ਚ ਸ਼ੁਰੂ ਕਰ ਸਕਦੇ ਹਾਂ। ਔਰ ਓਲੰਪਿਕ ਨੇ ਜਾਂ ਏਸ਼ੀਆ ਨੇ ਜਦੋਂ ਸਾਨੂੰ ਪੁੱਛਣਾ ਵੀ ਹਾਂਜੀ ਦੱਸੋ, ਉਹੀ ਗੱਲ ਪਾਪੂਲੈਰਿਟੀ ਵਾਲੀ, ਸਾਨੂੰ ਉਹ ਪਾਪੂਲੈਰਿਟੀ ਸ਼ੋਅ ਕਰਨੀ ਬਣੀ। ਇੰਨੇ ਮੁਲਕਾਂ ਦੇ ਵਿੱਚ ਸਾਡੀਆਂ ਟੀਮਾਂ ਨੇ, ਅਸੀਂ ਇੱਕ ਲੈ ਕੇ ਚੱਲਦੇ ਹਾਂ ਕਿ 32 ਕੁ ਮੁਲਕਾਂ 'ਚ ਇਸ ਵੇਲੇ ਸਾਡੀਆਂ ਗੱਤਕਾ ਟੀਮਾਂ ਹੈਗੀਆਂ ਜੀ। ਲੇਕਿਨ ਇਸ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ ਜੀ, ਇਸ ਨੂੰ ਹਰ ਕੰਟਰੀ ਦੇ ਵਿੱਚ, ਹਰ ਕਾਉਂਟੀ ਦੇ ਵਿੱਚ, ਹਰ ਸਟੇਟ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਜੀ। ਅਤੇ ਇਹ ਤੁਹਾਡੇ ਰੇਡੀਓ ਸਟੇਸ਼ਨ ਰਾਹੀਂ, ਕਨੈਕਟ ਰਾਹੀਂ ਅਸੀਂ ਸਭ ਨੂੰ ਅਪੀਲ ਕਰਦੇ ਹਾਂ, ਤੁਹਾਨੂੰ ਵੀ ਅਪੀਲ ਕਰਦੇ ਹਾਂ ਮੀਡੀਆ ਨੂੰ, ਕਿ ਸਾਨੂੰ ਕਵਰੇਜ ਬਹੁਤ ਘੱਟ ਮਿਲਦੀ ਹੈ। ਸੱਚੀ ਦੱਸੀਏ, ਇੰਗਲਿਸ਼ ਮੀਡੀਆ ਸਾਨੂੰ ਬਹੁਤ ਘੱਟ ਕਵਰ ਕਰਦਾ ਹੈ। ਮਤਲਬ ਗੱਤਕਾ ਉਹਨਾਂ ਨੂੰ ਹਲੇ ਖੇਡ ਨਹੀਂ ਹੈਗੀ, ਉਹ ਇੱਕ ਦੇਸੀ ਖੇਡ ਹੀ ਆ ਉਹਨਾਂ ਲਈ। ਅਤੇ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਨਾਲ ਜੁੜੀਏ, ਅੱਗੇ ਵਧੀਏ,
ਹਰ ਥਾਂ ਤੇ ਜਿੱਥੇ ਆਪਣੀ ਜ਼ਿੰਮੇਵਾਰੀ ਜਿੰਨੀ ਕੁ ਹੈਗੀ ਆ, ਚਾਹੇ ਨਿੱਕੀ ਜਿਹੀ ਵੀ ਜ਼ਿੰਮੇਵਾਰੀ ਹੋਵੇ, ਉਨੀ ਕੁ ਜ਼ਿੰਮੇਵਾਰੀ ਨਿਭਾਈਏ। ਜੇ ਖਿੱਦੋ ਖੁੰਡੀ ਦੁਨੀਆ ਦੇ ਲੈਵਲ ਤੇ ਜਾ ਕੇ ਫੀਲਡ ਹਾਕੀ ਦਾ ਰੂਪ ਇਖਤਿਆਰ ਕਰ ਸਕਦੀ ਆ, ਤਾਂ ਇਹ ਇੱਕ ਜਿਹੜੀ ਵਿਰਸੇ ਦੇ ਵਿੱਚੋਂ ਜਿਹੜੀ ਕਿ ਗੁਰਾਂ ਦੀ ਬਖਸ਼ਿਸ਼ ਹੈਗੀ ਆ, ਤੇ ਫਿਰ ਪੁਰਾਤਨ ਖੇਡ ਹੈ ਜਿਹਦੇ ਵਿੱਚ ਵਾਰ ਵਾਲੀ ਕਲਾ ਵੀ ਸ਼ਾਮਲ ਆ, ਤੇ ਇਹ ਗੱਤਕਾ ਦੁਨੀਆ ਦੇ ਵਿੱਚ ਕਿਉਂ ਨਹੀਂ ਆਪਣੀ ਉਹੀ ਪੋਜੀਸ਼ਨ ਸਥਾਪਿਤ ਕਰ ਸਕਦਾ ਜਿਹੜੀ ਕਿ ਬਾਕੀ ਦੀ ਮਾਰਸ਼ਲ ਆਰਟਸ ਦੀ ਫਾਰਮਸ ਨੇ ਕੀਤੀ ਹੋਈ ਹੈ। ਐਂਡ ਇਨਫੈਕਟ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਵੱਖੋ ਵੱਖਰੇ ਭਾਈਚਾਰਿਆਂ ਨਾਲ ਸੰਬੰਧਿਤ ਜਿਹੜੇ ਬੱਚੇ ਨੇ, ਇੰਕਲੂਡਿੰਗ ਆਪਣੇ ਭਾਰਤੀ ਪੰਜਾਬੀ ਭਾਈਚਾਰੇ ਦੇ ਬੱਚੇ, ਉਹ ਉਹਨਾਂ ਮਾਰਸ਼ਲ ਆਰਟਸ ਫਾਰਮਸ ਦੇ ਵਿੱਚ ਹਿੱਸਾ ਲੈਂਦੇ ਨੇ। ਸੈਣੀ ਸਾਹਿਬ ਸੌਰੀ ਸਾਡੀ ਮੈਂ ਗੱਲ ਕਰਤੀ, ਮਾਫ ਚਾਹਣਾ। ਨਹੀਂ, ਗੱਤਕੇ ਦੇ ਹਾਣ ਦੀਆਂ ਖੇਡਾਂ ਓਲੰਪਿਕ 'ਚ ਪਹੁੰਚ ਚੁੱਕੀਆਂ ਹੋਈਆਂ ਨੇ। ਹਾਣ ਦੀਆਂ ਮੈਂ ਗੱਲ ਕਰਦਾ, 600 ਸਾਲ ਪੁਰਾਣੀ ਖੇਡ ਹੈ ਜੀ। 86 ਸਾਲ ਤਾਂ ਸਾਡੇ ਕੋਲ ਰਿਕਾਰਡ ਹੈ ਕਿ ਉਦੋਂ ਦੀ ਖੇਡ ਸੀ 86 ਸਾਲ ਪਹਿਲਾਂ, ਠੀਕ ਹੈ। ਤੇ ਜੇ ਇਹਦੇ ਹਾਣ ਦੀਆਂ ਮਤਲਬ ਆਪਾਂ ਕਹਿੰਦੇ ਮੇਰੇ ਪਿੰਡ ਦਾ, ਮੇਰੇ ਹਾਣ ਦਾ ਮੁੰਡਾ ਅੱਜ ਫਲਾਣੇ ਥਾਂ 'ਤੇ ਪਹੁੰਚ ਗਿਆ, ਮੈਂ ਕਿੱਥੇ ਆ, ਅਸੀਂ ਕਹਿੰਦੇ ਇਸ ਦੇ ਹਾਣ ਦੀਆਂ ਪਹੁੰਚ ਗਈਆਂ। ਸੈਕੰਡਲੀ ਜੀ ਤੁਸੀਂ ਗੱਲ ਕੀਤੀ ਸੀ ਖਿੱਦੋ ਖੁੰਡੀ ਦੀ, ਇਤਿਹਾਸ ਗਵਾਹ ਹੈ ਗੁਰੂ ਅੰਗਦ ਸਾਹਿਬ ਨੇ ਮੱਲ ਅਖਾੜੇ ਸ਼ੁਰੂ ਕੀਤੇ ਸੀ। ਉਹ ਮੱਲ ਪਹਿਲਵਾਨੀ ਆ ਕੇ ਰੈਸਲਿੰਗ ਹੋ ਗਈ, ਅਸੀਂ ਨਹੀਂ ਸੰਭੀ, ਸਾਡੀ ਖੇਡ ਸੀ, ਸਾਡੇ ਸਿੱਖ ਵਿਰਾਸਤ 'ਚੋਂ ਆਈ ਹੈ ਖੇਡ। ਇਹ ਤੀਰਅੰਦਾਜ਼ੀ ਸੀ, ਅਸੀਂ ਨਹੀਂ ਸਾਂਭੀ, ਉੱਪਰ ਪਹੁੰਚ ਗਈ। ਨੇਜੇਬਾਜੀ ਸੀ, ਅਸੀਂ ਨਹੀਂ ਸਾਂਭੀ, ਉੱਪਰ ਪਹੁੰਚ ਗਈ। ਘੋੜ ਸਵਾਰੀ ਸਾਡੇ ਗੁਰੂ ਸਾਹਿਬਾਂ ਦੀ ਉਹ ਸੀ, ਹੋਰ ਵੀ ਕਰਦੇ ਸੀ, ਪਰ ਅਸੀਂ ਉਸ 'ਤੇ ਨਹੀਂ ਕਰ ਸਕੇ। ਤਲਵਾਰਬਾਜੀ ਉਹ ਨਹੀਂ ਅਸੀਂ ਸਾਂਭ ਸਕੇ। ਹੁਣ ਸਿਰਫ ਗੱਤਕਾ ਬਚਿਆ, ਇਹ ਤਾਂ ਸਾਂਭ ਲਈਏ ਕਿ ਆਓ ਆਪਣੇ ਬੱਚਿਆਂ ਨੂੰ ਬਾਣੀ, ਬੋਲੀ, ਵਿਰਸੇ ਔਰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਬਹੁਤ ਸਸਤੀ, ਸੁਖਾਲੀ ਅਤੇ ਬਹੁਤ ਛੋਟੀ ਖੇਡ ਆ, ਅਤੇ ਬੜਾ ਥੋੜ੍ਹਾ ਜਿਹਾ ਗਰਾਊਂਡ ਚਾਹੀਦਾ, ਸਸਤੀ ਅਤੇ 200 ਰੁਪਏ ਦੀ ਛੋਟੀ ਹੈ ਜੀ। ਅਤੇ ਇਸ ਕਰਕੇ ਆਓ ਇਹਦੇ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਕਰੀਏ। ਸਵੈ ਰੱਖਿਆ ਦੀ ਸਭ ਤੋਂ ਸਸਤੀ ਖੇਡ ਹੈ, ਸਭ ਤੋਂ ਸੁਖਾਲੀ ਖੇਡ ਹੈ। ਕਿਸੇ ਟਾਈਮ ਵੀ ਕਿਸੇ ਵੀ ਤੁਸੀਂ ਤੁਰੇ ਜਾਂਦੇ, ਚਾਹੇ ਦਰਖਤ ਦਾ ਛੋਟਾ ਡੰਡਾ ਤੋੜ ਲਓ, ਉਹ ਵੀ ਤੁਹਾਡੀ ਸਵੈ ਰੱਖਿਆ ਦਾ ਬਣ ਜਾ। ਤੁਸੀਂ ਆਪਣੀ ਨਹੀਂ, ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੀ, ਆਪਣੇ ਇਲਾਕੇ ਦੀ ਕਿਸੇ ਵੀ ਥਾਂ 'ਤੇ ਲੋੜ ਪੈਣ 'ਤੇ ਸਵੈ ਰੱਖਿਆ ਕਰ ਸਕਦੇ। ਅਤੇ ਕਸਰਤ ਤਾਂ ਹੈ ਹੀ ਹੈ, ਚੁਸਤੀ ਫੁਰਤੀ ਵਾਲੀ ਖੇਡ ਹੈ। ਸੈਣੀ ਸਾਹਿਬ ਜਾਂਦਿਆਂ ਇੱਕ ਗੱਲ ਕਰ ਦੇਵਾਂ ਕਿ ਜਦੋਂ ਤੁਸੀਂ ਗੱਤਕਾ ਖੇਡਦੇ ਹੋ, ਆਈ ਗੇਜ਼ਿੰਗ ਹੁੰਦੀ ਆ। ਜੇ ਤੁਸੀਂ ਮਾੜੀ ਜਿਹੀ ਵੀ ਅੱਖ ਪਲਕ ਝਪਕਤੀ, ਪਤਾ ਨਹੀਂ ਡੰਡਾ ਸਿਰ 'ਚ ਕਿੱਥੇ ਪੈ ਜਾਣਾ ਜਾਂ ਕਿੱਥੇ ਹੋਣਾ। ਇਹਦੇ ਨਾਲ ਆਈ ਸਾਈਟ ਇੰਪਰੂਵ ਹੁੰਦੀ ਆ, ਟੌਕਸਿਨਸ ਨਿਕਲਦੇ ਆ, ਤੁਹਾਡੇ ਮਸਲ ਡਿਵੈਲਪ ਹੁੰਦੇ ਆ ਜਦੋਂ ਤੁਸੀਂ ਪੈਂਤਰਾ ਖੇਡਦੇ ਹੋ ਜਾਂ ਉਸ ਤਰ੍ਹਾਂ ਉਹ ਕਰਦੇ ਹੋ। ਸੋ ਮੈਨੀ ਜਿਹੜੀਆਂ ਇਹਦੀਆਂ ਮੈਡੀਸਨਲ ਵੈਲਿਊਜ਼ ਨੇ, ਉਹ ਫਿਜ਼ੀਕਲ ਵੈਲਿਊਜ਼ ਨੇ। ਅਤੇ ਕਾਈਂਡਲੀ ਆਓ ਆਪਾਂ ਸਾਰੇ ਜੁੜੀਏ, ਜਿੱਥੇ ਜਿੱਥੇ ਹੋ ਸਕਦਾ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨਾਲ ਕਰੀਏ, ਵਰਲਡ ਗੱਤਕਾ ਫੈਡਰੇਸ਼ਨ ਨਾਲ ਸਪੋਰਟ ਕਰੀਏ, ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਕਰੀਏ, ਅਤੇ ਇਸ ਨੂੰ ਓਲੰਪਿਕ ਤੱਕ ਲਿਜਾਣ ਲਈ ਆਪਾਂ ਸਾਰੇ ਇਕਜੁੱਟ ਹੋਈਏ। ਜੇ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਜੀ, ਤੇ ਕੀ ਸਭ ਤੋਂ ਵਧੀਆ ਤਰੀਕਾ ਹੈ? ਇੱਕ ਤਾਂ ਸਾਡੀ ਵੈਬਸਾਈਟ ਹੈਗੀ ਆ ਜੀ www.gatka.com ਔਰ ਉਸ 'ਤੇ ਸਾਡੇ ਸਾਰੇ ਲਿੰਕ ਪਏ ਆ, ਮੋਬਾਈਲ ਫੋਨ ਵੀ ਪਏ ਆ। ਬਾਕੀ ਮੇਰਾ ਨੰਬਰ ਵੀ ਹੈਗਾ ਜੀ, ਇੰਡੀਆ ਦਾ ਨੰਬਰ ਹੈਗਾ +91 76588, ਅੱਗੇ 5 ਜ਼ੀਰੋਆਂ ਨੇਗੀਆਂ, ਮਤਲਬ 76588, ਪਿੱਛੇ ਜਿੰਨੀਆਂ ਜ਼ੀਰੋ ਲੱਗਦੀਆਂ ਨੇ ਉਹ ਲਾ ਲਿਓ। ਅਤੇ ਮੈਂ ਇੱਥੇ ਹੀ ਹੈਗਾ, ਅਤੇ ਤੁਸੀਂ ਕਦੋਂ ਵੀ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਵੀ ਥਾਂ 'ਤੇ ਗੱਤਕਾ ਕੋਚ ਦੀ ਲੋੜ ਹੋਵੇ, ਸ਼ਸਤਰਾਂ ਦੀ ਲੋੜ ਹੋਵੇ, ਕੋਈ ਹੋਰ ਟੈਕਨੀਕਲ ਇਸ਼ੂ ਦੀ ਹੋਵੇ, ਸਾਡੀ ਰੂਲ ਬੁੱਕ ਜਿਹੜੀ ਵਰਲਡ ਗੱਤਕਾ ਫੈਡਰੇਸ਼ਨ ਦੀ ਛਪੀ ਹੋਵੇ ਕਿ ਗੱਤਕਾ ਕਿਵੇਂ ਖੇਡੀਦਾ ਹੁੰਦਾ, ਉਹ ਸਾਡੀ ਵੈਬਸਾਈਟ 'ਤੇ ਪਈ ਹੈ, ਕੋਈ ਵੀ ਡਾਊਨਲੋਡ ਕਰ ਸਕਦਾ ਜੀ। ਮੇਲ ਹੈਗੀ ਆ national gatka association@gmail.com।